मां बोली मां दे दुध वर्गी ठंडी रुत च निੱਗੀ धुप वर्गी बचावे जग दे धोखियां तो मां बोली मां दी कुख वर्गी। लाइनां पढ़ के बहुत ही रूह खुश हो जाती है। मेरे सुपने लुके ने किताबां अंदर, मेरे सुपने लुके ने किताबां अंदर, मैं लैके रहांगी अपने हिस्से दा अंबर। बोली ना रही तां कवितावां गुम जाणियां, मावां दियां दित्तियां दुआवां रुल जाणियां, दित्तियां शहादतां ना मिट्टी च मिला दिओ, देखियो पंजाबियों पंजाबी ना भुला दिओ। तो लगदा कि साडे हुण जिहड़ी आउण वाली पीढ़ी है जां सानूं लगदा कि मोह भंग हुंदा जा रिहा है। पंजाबी माँ बोली ते पंजाबी विरसे दे नाल नौजवान पीढ़ी और साडे जिहड़ी आउण वाली पीढ़ी नूं जोड़ना बड़ा जरूरी है। किते ना किते सानूं लगदा है भी असीं अपनी माँ बोली नूं भुला के शायद बहुत कुछ अगे निकल जाके। नहीं, ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟਦੇ ਹਾਂ ਤਾਂ ਫਿਰ ਆਪਣੀ ਲਾਈਫ ਨਾਲ ਵੀ ਟੁੱਟ ਜਾਂਦੇ ਹਾਂ, ਜ਼ਿੰਦਗੀ ਨਾਲ ਵੀ ਟੁੱਟਦੇ ਹਾਂ, ਲੋਕਾਂ ਨਾਲ ਵੀ ਟੁੱਟਦੇ ਹਾਂ, ਵਿਰਸੇ ਨਾਲ ਵੀ ਟੁੱਟਦੇ ਹਾਂ ਤੇ ਫਿਰ ਅਕਾਲਤਾ ਦੇ ਵਿੱਚ ਅਸੀਂ ਸ਼ਿਕਾਰ ਹੁੰਦੇ ਹਾਂ। ਇਹ ਜਿਹੜਾ ਡਿਜ਼ਾਈਨ ਕੀਤਾ ਸਾਡਾ ਅਮੀਰ ਵਿਰਸਾ ਦਿਖਾਇਆ, ਕਿਉਂਕਿ ਇਸ ਅਮੀਰ ਵਿਰਸੇ ਤੋਂ ਸਾਹਿਤ ਵੀ ਸਾਡਾ ਸਖਣਾ ਤੇ ਇਹ ਤੁਹਾਨੂੰ ਲੱਗਦਾ ਕਿ ਇਹ ਅੱਜ ਅਸੀਂ ਕਾਫੀ ਕੁਝ ਕਿਉਂਕਿ ਦੁਨਿਆਵੀ ਦੁਨੀਆ ਦੇ ਚੱਕਰ 'ਚ ਅਸੀਂ ਫਸੇ ਹੋਏ, ਇਹ ਚੀਜ਼ਾਂ ਵੀ ਮਿਸ ਹੋ ਰਹੀਆਂ ਕਿਤੇ ਨਾ ਕਿਤੇ। ਤਸਵੀਰਾਂ ਸਾਡੇ ਜਿਹੜੇ ਗੁਰੂ ਪੀਰ ਸੰਤ ਫਕੀਰ ਔਰ ਸਾਡੇ ਅਜੋਕੇ ਲੇਖਕ, ਬਿਲਕੁਲ ਜੀ ਬਿਲਕੁਲ। ਇਹ ਸਿਲੈਕਸ਼ਨ ਕਿਵੇਂ, ਫਿਰ ਮੈਂ ਵਾਰ-ਵਾਰ ਇਸ ਦੀ ਸਿਲੈਕਸ਼ਨ ਬੜੀ ਖੂਬਸੂਰਤ ਹੈ। ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਵਾਸਤੇ ਕਿੰਨਾ ਕੁਛ ਉਹ ਯਤਨ ਕੀਤੇ ਜਾ ਰਹੇ ਨੇ, ਜਾਂ ਜਿਹੜੇ ਕਈਆਂ ਨੂੰ ਅੰਗਰੇਜ਼ੀ ਦਾ ਜ਼ਿਆਦਾ ਬੁਖਾਰ ਵੀ ਚੜ੍ਹਿਆ ਹੁੰਦਾ ਉਹ ਉਤਾਰਨ ਦੀ ਕੋਸ਼ਿਸ਼ ਹੋਈ। ਸਰਕਾਰੀ ਦਫ਼ਤਰਾਂ ਦਾ ਕਦੀ ਹਿੱਸਾ ਨਹੀਂ ਰਿਹਾ ਇਹ ਚੀਜ਼ਾਂ, ਸਾਹਿਤ ਨੂੰ ਵੇਖ ਕੇ ਠੀਕ ਹੈ ਉੱਥੇ ਅਧਿਕਾਰੀ ਬੈਠ ਜਾਂਦੇ, ਕਰਮਚਾਰੀ ਬੈਠ ਜਾਂਦੇ, ਸਰਕਾਰ ਦੀ ਜੇਬ 'ਚ ਜਾਂ ਪੱਲਿਓਂ ਪੈਸੇ ਜਾਂ ਯਾਰਾਂ ਦੋਸਤਾਂ ਨੇ ਮਦਦ ਕੀਤੀ, ਕਿਉਂਕਿ ਬਹੁਤ ਖੂਬਸੂਰਤ ਲੱਗਦਾ ਹੈ ਕਿ ਇਹ ਲੱਗਦਾ ਨਹੀਂ ਕਿ ਸਰਕਾਰੀ। ABC ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਅੱਜ ਜਿਸ ਸਰਕਾਰੀ ਦਫ਼ਤਰ ਵਿੱਚ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਤੁਸੀਂ ਹੈਰਾਨ ਰਹਿ ਜਾਓਗੇ ਕਿ ਆਖਿਰ ਸਰਕਾਰੀ ਦਫ਼ਤਰ ਵੀ ਅਜਿਹੇ ਹੁੰਦੇ ਨੇ, ਕਿਉਂਕਿ ਅਜਿਹੇ ਦਫ਼ਤਰ ਦੀ ਅੱਜ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੀ ਮਾਂ ਬੋਲੀ ਦੇ ਨਾਲ ਉਹ ਦਫ਼ਤਰ ਗੁੜੁੱਚਾ, ਪੰਜਾਬੀ ਸਾਹਿਤ ਦੇ ਨਾਲ ਉਹ ਦਫ਼ਤਰ ਗੁੜੁੱਚਾ, ਜਿੱਥੇ ਪੰਜਾਬੀ ਸਾਹਿਤ ਮਾਂ ਬੋਲੀ ਉਸ ਦਫ਼ਤਰ ਦੇ ਕਣ-ਕਣ ਵਿੱਚ ਸਮੋਈ ਦਿਖਾਈ ਦਿੰਦੀ ਹੈ। ਦਫ਼ਤਰ ਆ ਮੋਹਾਲੀ ਦੇ ਵਿੱਚ, ਭਾਸ਼ਾ ਵਿਭਾਗ ਦਾ ਦਫ਼ਤਰ ਆ ਤੇ ਇਹ ਪਹਿਲਾ ਪੰਜਾਬ ਦਾ ਸਮਾਰਟ ਭਾਸ਼ਾ ਵਿਭਾਗ ਦਾ ਦਫ਼ਤਰ ਹੈ ਜਿੱਥੇ ਦੇਖ ਕੇ ਹਰ ਇੱਕ ਮਾਂ ਬੋਲੀ ਨੂੰ ਚਾਹੁਣ ਵਾਲੇ ਪੰਜਾਬੀ ਸਾਹਿਤ ਨੂੰ ਛੱਡੋ ਦੁਨੀਆ ਭਰ ਦਾ ਜਿਹੜਾ ਸਾਹਿਤ ਹੈ, ਚਾਹੇ ਉਹ ਉਰਦੂ ਦਾ, ਚਾਹੇ ਇੰਗਲਿਸ਼ ਦਾ, ਜਾਂ ਜਿੰਨੇ ਵੀ ਤਰ੍ਹਾਂ ਦੇ ਸਾਹਿਤ ਹੈ, ਉਹ ਆਪਣੇ ਆਪ 'ਚ ਹੀ ਵਡਭਾਗੇ ਸਮਝਣਗੇ ਕਿ ਆਖਰ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਕੀਤੀ ਗਈ ਹੈ। ਦਫ਼ਤਰ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਲਾਈਨਾਂ ਪੜ੍ਹ ਕੇ ਬਹੁਤ ਹੀ ਰੂਹ ਖੁਸ਼ ਹੋ ਜਾਂਦੀ ਆ। ਮੇਰੇ ਸੁਪਨੇ ਲੁਕੇ ਨੇ ਕਿਤਾਬਾਂ ਅੰਦਰ, ਮੇਰੇ ਸੁਪਨੇ ਲੁਕੇ ਨੇ ਕਿਤਾਬਾਂ ਅੰਦਰ, ਮੈਂ ਲੈ ਕੇ ਰਹਾਂਗੀ ਆਪਣੇ ਹਿੱਸੇ ਦਾ ਅੰਬਰ। ਇਹ ਭਾਸ਼ਾ ਵਿਭਾਗ ਮੋਹਾਲੀ ਦਾ ਦਫ਼ਤਰ ਆ ਜਿਹੜਾ ਪੰਜਾਬ ਦਾ ਪਹਿਲਾ ਸਮਾਰਟ ਭਾਸ਼ਾ ਵਿਭਾਗ ਦਾ ਦਫ਼ਤਰ ਆ। ਇਹ ਜਿਹੜਾ ਦਫ਼ਤਰ ਦੀ ਜਿਹੜੀ ਸ਼ੁਰੂਆਤ ਹੈ ਜ਼ਿਆਦਾ ਚਿਰ ਨਹੀਂ ਹੋਇਆ, ਮੈਂ 3-4 ਮਹੀਨੇ ਹੋਏ ਨੇ। ਇਹ ਦਫ਼ਤਰ ਦੀਆਂ ਦੀਵਾਰਾਂ ਨੇ ਜਿੱਥੇ ਤੁਸੀਂ ਲਿਖਿਆ ਪੂਰੀ ਇੱਕ ਜਿੰਨੇ ਵੀ ਲੇਖਕ ਨੇ ਉਹਨਾਂ ਦੀਆਂ ਖੂਬਸੂਰਤ ਜਿਹੜੀਆਂ ਲਾਈਨਾਂ ਨੇ ਉਹ ਲਿਖੀਆਂ ਨੇ। ਰਾਣਾ ਰਣਬੀਰ ਕੌਣ ਨਹੀਂ ਜਾਣਦੇ ਨੇ, ਅਦਾਕਾਰ ਨੇ, ਹਾਸਰਸ ਵੀ, ਐਕਟਰ ਵੀ ਨੇ। ਉਹਨਾਂ ਦੀਆਂ ਲਾਈਨਾਂ ਵੀ ਪੜ੍ਹ ਕੇ ਸੁਣਾ ਦਿੰਦੇ ਨੇ। ਮੈਨੂੰ ਨਾਨਕ ਮੱਤਾਂ ਦੇਵ ਦੇ, ਮੇਰੀ ਪਿੱਠ ਤੇ ਖੜੇ ਮਰੀ ਫਰੀਦ, ਮੈਨੂੰ ਮਿਲਨ ਸੁਰ ਮਰਦਾਨਿਓ, ਮੈਂ ਲਾਲੋ ਭਗਤ ਮਰੀਦ, ਨੀ ਪੰਜਾਬੀ ਸ਼ਾਨਾ ਮੱਤੀਏ, ਮੇਰੀ ਬੋਲੀ ਇਹ ਮੇਰਾ ਮਾਨ, ਬੁੱਲਾ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਅੰਦਰ ਆਣ। ਇਹ ਦਫ਼ਤਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੰਨਾ ਵੀ ਇਹ ਭਾਸ਼ਾ ਵਿਭਾਗ ਕੋਲ ਦਫ਼ਤਰ ਹੈ ਪੂਰੀ ਤਰ੍ਹਾਂ ਇਹ ਖੂਬਸੂਰਤ ਪੰਜਾਬੀ ਸਾਹਿਤ ਦੇ ਨਾਲ ਰੰਗਿਆ ਹੋਇਆ। ਮਾਂ ਬੋਲੀ ਮਾਂ ਦੇ ਦੁੱਧ ਵਰਗੀ ਠੰਡੀ ਰੁੱਤ 'ਚ ਨਿੱਗੀ ਧੁੱਪ ਵਰਗੀ, ਬਚਾਵੇ ਜਗ ਦੇ ਧੋਖਿਆਂ ਤੋਂ ਮਾਂ ਬੋਲੀ ਮਾਂ ਦੀ ਕੁੱਖ ਵਰਗੀ। ਇਹ ਲਾਈਨਾਂ ਨੇ ਅੰਜੂ ਰੱਤੀ ਜੀ ਦੀਆਂ। ਇਹ ਸਾਰਾ ਕੁਝ ਤੁਸੀਂ ਦੇਖ ਸਕਦੇ, ਖੂਬਸੂਰਤ ਡਿਜ਼ਾਈਨ ਕੀਤਾ ਹੈਗਾ, ਵਾਲਪੇਪਰ ਲਗਾਏ ਨੇ। ਔਰ ਅਸੀਂ ਪਰਸੋਂ ਹੀ ਮਾਂ ਬੋਲੀ ਦਿਵਸ ਮਨਾਇਆ ਗਾ। ਸ਼ਾਲਾ ਮਾਂ ਬੋਲੀ ਵਧੇ ਫੁੱਲੇ, ਕੋਈ ਪੰਜਾਬੀ ਕਿਵੇਂ ਭੁੱਲੇ, ਜਿਹੜੀਆਂ ਤੁਸੀਂ ਲਾਈਨਾਂ ਦੇਖ ਸਕਦੇ। ਦੋਨੇ ਪਾਸੇ ਪੂਰਾ ਇਹ ਡਿਜ਼ਾਈਨ ਕੀਤਾ ਗਿਆ ਹੈਗਾ। ਗੁਰਦਿਆਲ ਰੋਸ਼ਨ ਜੀ ਦੀਆਂ ਲਾਈਨਾਂ ਨੇ, ਜਿਹੜੇ ਵੀ ਚੰਗੀਆਂ ਜਿਹੜੀਆਂ ਲਾਈਨਾਂ ਉਹ ਸਾਰੀਆਂ ਇੱਥੇ ਖੂਬਸੂਰਤ ਅੰਕਿਤ ਕੀਤੀਆਂ ਗਈਆਂ ਤਰੀਕੇ ਦਾ ਨਾ। ਲਫ਼ਜ਼ਾਂ ਨੂੰ ਜਾਣੋ
ਆਪੇ ਨੂੰ ਪਛਾਣੋ, ਕਿਤਾਬਾਂ ਦਾ ਸੰਗ ਮਾਨੋ। ਇਹ ਜਿਹੜਾ ਕਹਿ ਸਕਦੇ ਕਿ ਦਫ਼ਤਰ ਨੇ, ਅਸੀਂ ਜਿਹੜੇ ਭਾਸ਼ਾ ਵਿਭਾਗ ਦੇ ਜਿਹੜੇ ਇੱਥੋਂ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਡਾਕਟਰ ਦਵਿੰਦਰ ਬੋਹਾ ਜੀ ਨੇ ਜ਼ਿਲ੍ਹਾ ਭਾਸ਼ਾ ਅਫਸਰ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਦੇ ਪਹਿਲਾਂ ਕਮਰੇ 'ਚ ਵੀ ਚੱਲਦੇ ਨੇ, ਡਾਕਟਰ ਦਵਿੰਦਰ ਬੋਹਾ ਜੀ ਨੇ, ਲੇਖਕ ਵੀ ਨੇ, ਅਧਿਕਾਰੀ ਨੇ ਵੀ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਇਹ ਡਾਕਟਰ ਦਵਿੰਦਰ ਬੋਹਾ ਜੀ, ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਵੱਲੋਂ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਕਿ ਇੰਨਾ ਸੋਹਣਾ ਖੂਬਸੂਰਤ ਦਫ਼ਤਰ ਬਣਾਇਆ। ਸਾਹਿਬ ਜੀ, ਜੋ ਮਾਨਯੋਗ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ਼੍ਰੀ ਕ੍ਰਿਸ਼ਨ ਕੁਮਾਰ ਜੀ IAS, ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਇਹ ਥੋੜਾ ਛੋਟਾ ਜਿਹਾ ਉਦਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਬਹੁਤ ਅੱਛਾ ਲੱਗਦਾ ਹੈ ਵੀ ਜਦੋਂ ਸਾਡੇ ਮੰਨ ਲਓ ਜਿੰਨੇ ਸਾਹਿਤਕਾਰ ਇੱਥੇ ਦੋਸਤ ਮਿੱਤਰ ਆਉਂਦੇ ਨੇ ਜਾਂ ਕੋਈ ਹੋਰ ਨੁਮਾਇੰਦੇ ਇੱਥੇ ਆਉਂਦੇ ਨੇ ਜਾਂ ਪਬਲਿਕ ਦੇ ਨੁਮਾਇੰਦੇ ਇੱਥੇ ਹੁੰਦੇ ਨੇ ਤੇ ਗੱਲ ਦੇ ਦਫ਼ਤਰ ਨੂੰ ਦੇਖਦੇ ਨੇ ਤੇ ਸਭ ਤੋਂ ਪਹਿਲਾਂ ਕਹਿੰਦੇ ਭਾਸ਼ਾ ਵਿਭਾਗ ਦਾ ਜਿਹੜਾ ਦਫ਼ਤਰ ਹੈ ਬੜਾ ਖੂਬਸੂਰਤ ਦਫ਼ਤਰ ਹੈ ਤੇ ਉਦੋਂ ਮਨ ਆਸ਼ਾ ਕਰ ਉੱਠਦਾ ਹੈ ਵੀ ਬਹੁਤ ਚੰਗੀ ਗੱਲ ਹੈ ਜੀ। ਅਸੀਂ ਕੁਝ ਐਫਰਟਸ ਕੀਤੇ, ਅਸੀਂ ਯਤਨ ਕੀਤੇ, ਉਹਨਾਂ ਯਤਨਾਂ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਈ ਤੇ ਮੈਨੂੰ ਬਹੁਤ ਅੱਛਾ ਲੱਗਦਾ ਜੀ ਇਹ। ਤੇ 21 ਤਰੀਕ ਨੂੰ ਅਸੀਂ ਮਨਾਇਆ। ਇੱਕ ਲਾਈਨਾਂ ਹੋਰ ਬਹੁਤ ਖੂਬਸੂਰਤ ਨੇ, ਪੰਜਾਬੀ ਮਾਂ ਬੋਲੀ, ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਤਾਂ ਲੱਗਦਾ ਕਿ ਸਾਡੇ ਹੁਣ ਜਿਹੜੀ ਆਉਣ ਵਾਲੀ ਪੀੜ੍ਹੀ ਆ, ਜਾਂ ਸਾਨੂੰ ਲੱਗਦਾ ਕਿ ਮੋਹ ਭੰਗ ਹੁੰਦਾ ਜਾ ਰਿਹਾ ਹੈਗਾ। ਹਾਂਜੀ ਹਾਂਜੀ, ਬਿਲਕੁਲ ਜਗਤਾਰ ਜੀ, ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਨਾ ਵੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਦੇ ਨਾਲ ਨੌਜਵਾਨ ਪੀੜ੍ਹੀ ਔਰ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਜੋੜਨਾ ਬੜਾ ਜ਼ਰੂਰੀ ਹੈ। 21 ਫਰਵਰੀ ਨੂੰ ਮਾਂ ਬੋਲੀ ਦਿਵਸ ਜਿਹੜਾ ਅਸੀਂ ਕਹਿੰਦੇ ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾ ਕੇ ਹਟੇ ਹਾਂ, ਉਹਦਾ ਮਕਸਦ, ਉਹਦਾ ਆਦੇਸ਼ ਵੀ ਇਹ ਸੀ। ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਵੀ ਅਸੀਂ ਆਪਣੀ ਮਾਂ ਬੋਲੀ ਨੂੰ ਭੁਲਾ ਕੇ ਸ਼ਾਇਦ ਬਹੁਤ ਕੁਝ ਅੱਗੇ ਨਿਕਲ ਜਾਵਾਂਗੇ। ਨਹੀਂ, ਮਾਂ ਦੀਆਂ ਲੋਰੀਆਂ, ਮਾਂ ਦੇ ਗੀਤ, ਮਾਂ ਦੀਆਂ ਬਾਤਾਂ, ਮਾਂ ਦੀਆਂ ਯਾਨੀ ਕਿ ਗੱਲਾਂ, ਸਾਡੇ ਲੋਕ ਤੱਥ, ਲੋਕ ਕਹਾਵਤਾਂ, ਮੁਹਾਵਰੇ, ਅਖਾਣ, ਕਿੰਨਾ ਕੁਝ ਹੈ ਜਿਹੜਾ ਸਾਡੇ ਵਿਰਸੇ 'ਚ ਸਮੋਇਆ ਹੋਇਆ। ਪਰ ਉਹ ਵਿਰਸੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਪਾਰਟ, ਮਤਲਬ ਸਾਡੀ ਜ਼ਿੰਦਗੀ ਦਾ ਹਿੱਸਾ ਹੈਗਾ। ਕਿਤੇ ਨਾ ਕਿਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟਦੇ ਹਾਂ ਤਾਂ ਫਿਰ ਆਪਣੀ ਲਾਈਫ ਨਾਲ ਵੀ ਟੁੱਟ ਜਾਂਦੇ ਹਾਂ, ਜ਼ਿੰਦਗੀ ਨਾਲ ਵੀ ਟੁੱਟਦੇ ਹਾਂ, ਲੋਕਾਂ ਨਾਲ ਵੀ ਟੁੱਟਦੇ ਹਾਂ, ਵਿਰਸੇ ਨਾਲ ਵੀ ਟੁੱਟਦੇ ਹਾਂ ਤੇ ਫਿਰ ਅਕਲਤਾ ਦੇ ਵਿੱਚ ਅਸੀਂ ਸ਼ਿਕਾਰ ਹੁੰਦੇ ਹਾਂ। ਤੇ ਹਾਂਜੀ, ਕੋਟੇਸ਼ਨਸ ਨੇ, ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ, ਜੇਕਰ ਸੁਪਨੇ ਸਾਡੇ ਨੇ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਨੇ। ਇਹ ਬਹੁਤ ਸਾਰੀਆਂ ਜਿਹੜੀ ਲਾਈਨਾਂ ਖੂਬਸੂਰਤ ਆ, ਇਹ ਕਾਫੀ ਪ੍ਰਭਾਵਿਤ ਕਰਦੇ ਆ। ਇਸ ਤਰ੍ਹਾਂ ਲੱਗਦਾ ਕਿ ਇਹ ਸਰਕਾਰੀ ਦਫ਼ਤਰ ਨਹੀਂ ਆ, ਕੋਈ ਸਾਹਿਤ ਦਾ ਕੇਂਦਰ ਆ, ਉੱਥੇ ਅਸੀਂ ਅੱਜ ਗੱਲਬਾਤ ਕਰਾਂਗੇ। ਬਿਲਕੁਲ ਜੀ, ਇਹ ਜ਼ਰੂਰੀ ਹੈ। ਦਫ਼ਤਰੀ ਪਰਿਭਾਸ਼ਾ ਆਪਣੇ ਥਾਂ ਹੈ, ਪਰ ਜੇ ਦਫ਼ਤਰ ਜਿਹੜੇ ਅਦਾਰੇ ਨਾਲ ਜੁੜਿਆ ਹੋਵੇ, ਉਹਦੀ ਪਰਿਭਾਸ਼ਾ ਨੂੰ ਪਰਿਭਾਸ਼ਿਤ ਕਰਦਾ ਹੋਵੇ ਤਾਂ ਦਫ਼ਤਰ ਦਾ ਅਰਥ ਜ਼ਿਆਦਾ ਵਧੀਆ ਹੋ ਜਾਂਦਾ ਹੈ। ਤੇ ਇਸੇ ਏਜੰਡੇ ਨੂੰ ਲੈ ਕੇ ਇਹ ਦਫ਼ਤਰ ਨੂੰ ਉਸੇ ਤਰੀਕੇ ਦਾ ਮਤਲਬ ਬਣਾਇਆ ਗਿਆ ਹੈ, ਉਸੇ ਤਰੀਕੇ ਦੀ ਯੋਜਨਾਬੰਦੀ ਕੀਤੀ ਗਈ। ਕਾਫੀ ਲੰਬਾ ਸਮਾਂ ਇਹਦੀ ਯਾਨੀ ਕਿ ਯੋਜਨਾਬੰਦੀ 'ਤੇ ਲਗਾਇਆ ਔਰ ਫਿਰ ਯੋਜਨਾਬੰਦੀ ਕਰਨ ਤੋਂ ਬਾਅਦ ਕਿਹੜੀ ਥਾਂ 'ਤੇ ਕਿਹੜੀ ਚੀਜ਼ ਹੋਣੀ ਚਾਹੀਦੀ ਹੈ, ਉਹ ਸਾਰੀ ਉਹ ਯੋਜਨਾਬੰਦੀ 'ਚ ਸ਼ਾਮਲ ਕਰਕੇ ਅਸੀਂ ਫਿਰ ਉਹਨਾਂ ਨੂੰ ਇੱਥੇ ਸਾਰੀਆਂ ਚੀਜ਼ਾਂ ਨੂੰ ਲਿਆਂਦਾ। ਚਾਹੇ ਸਾਡੇ ਕਵੀਆਂ ਦੀਆਂ ਉੱਗੇ ਕਵੀਆਂ ਦੀਆਂ ਰਚਨਾਵਾਂ ਹੋਣ, ਉਹਨਾਂ ਦੀਆਂ ਸਤਰਾਂ ਹੋਣ, ਜਾਂ ਸਾਡੇ ਯਾਨੀ ਕਿ ਸਿਆਣਪ ਭਰਪੂਰ ਗੱਲਾਂ ਹੋਣ, ਜਿਵੇਂ ਤੁਸੀਂ ਹੁਣੀ ਦਾ ਜ਼ਿਕਰ ਕਰ ਰਹੇ ਸੀਗੇ, ਕਿਸਮਤ ਨੂੰ ਦੂਜਿਆਂ ਨੂੰ ਦੋਸ਼ ਕਿਉਂ ਦੇਣਾ, ਜੇਕਰ ਸਾਡੇ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਹੀ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਜਿੰਨੇ ਸਾਹਿਤਕਾਰ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਅਸੀਂ ਇੱਥੇ ਲਿਆ ਕੇ ਲਾਈਆਂ ਔਰ ਆਪਣੇ ਆਪ ਨੂੰ ਦਫ਼ਤਰ ਨੂੰ ਇਸ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਦਫ਼ਤਰ ਖੂਬਸੂਰਤ ਲੱਗੇ ਪਰ ਦਫ਼ਤਰ ਦਾ ਮੜੰਗਾ ਇਸ ਤਰੀਕੇ ਦਾ ਹੋਵੇ ਵੀ ਵਾਕਈ ਜਿਹੜੀ ਭਾਸ਼ਾ ਵਿਭਾਗ ਦੀ ਪ੍ਰਤੀਨਿਧਤਾ ਕਰਤਾ ਹੋਵੇ, ਸਾਡੇ ਕਲਚਰ ਦੀ ਪ੍ਰਤੀਨਿਧਤਾ। ਹੋਰ ਅਸੀਂ ਲਵਾਂਗੇ, ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਨੇ। ਇਹ ਜਿਹੜਾ ਕਿਉਂਕਿ ਅਮੀਰ ਵਿਰਸਾ, ਉਹ ਸਾਡੀਆਂ ਬਚਪਨ ਦੀਆਂ ਖੇਡਾਂ ਨੇ। ਇਹ ਸਾਰੇ ਡਿਜ਼ਾਈਨ ਬਹੁਤ ਸੋਹਣਾ ਡਾਕਟਰ ਸਾਹਿਬ ਉਹਨਾਂ ਨੇ ਕੀਤਾ ਹੈਗਾ ਔਰ ਨਾਲ PB ਗੁਰਮੁਖੀ 'ਚ ਲਿਖਿਆ 65, ਕਿਉਂਕਿ ਮੋਹਾਲੀ ਦਾ ਇਹ ਨੰਬਰ ਹੈਗਾ ਜਿਹੜਾ ਵਹੀਕਲਾਂ ਦੇ ਸਾਧਨਾਂ 'ਤੇ ਲੱਗਦਾ ਹੈਗਾ। ਡਾਕਟਰ ਸਾਹਿਬ, ਇਹ ਜਿਹੜਾ ਡਿਜ਼ਾਈਨ ਕੀਤਾ ਸਾਡਾ ਅਮੀਰ ਵਿਰਸਾ ਦਿਖਾਇਆ, ਕਿਉਂਕਿ ਇਸ ਅਮੀਰ ਵਿਰਸੇ ਤੋਂ ਸਾਹਿਤ ਵੀ ਸਾਡਾ ਸੱਖਣਾ, ਤੇ ਇਹ ਤੁਹਾਨੂੰ ਲੱਗਦਾ ਕਿ ਇਹ ਅੱਜ ਅਸੀਂ ਕਾਫੀ ਕੁਛ ਕਿਉਂਕਿ ਦੁਨਿਆਵੀ ਦੁਨੀਆ ਦੇ ਚੱਕਰ 'ਚ ਅਸੀਂ ਫਸੇ ਹੋਏ, ਇਹ ਚੀਜ਼ਾਂ ਵੀ ਮਿਸ ਹੋ ਰਹੀਆਂ ਕਿਤੇ ਨਾ ਕਿਤੇ। ਬਿਲਕੁਲ ਜੀ, ਅੱਜ ਅਸੀਂ ਦੇਖੀਏ ਤਾਂ ਚੁੱਲ੍ਹੇ ਦੇ ਵਿੱਚ ਜਿਵੇਂ ਹਾਰੇ ਦੇ ਨਾਲ ਜਾਂ ਚੁੱਲ੍ਹੇ ਦੇ ਵਿੱਚ ਇੱਕ ਅਸੀਂ ਕਹਿੰਦੇ ਔਰਤ ਦਾ
ਫੁਲਕੇ ਬਣਾਉਣਾ, ਇਹ ਕਿਤੇ ਨਾ ਕਿਤੇ ਚੀਜ਼ਾਂ ਟੁੱਟੀਆਂ ਹੋਈਆਂ ਨੇ। ਜਿਹੜੀ ਚੀਜ਼ ਆ ਤਕਨੀਕ ਦੇ ਨਾਲ ਨਵੇਂ ਆ ਰਹੀ ਹੈ, ਬਿਲਕੁਲ ਤਰੱਕੀ ਕਰਨੀ ਚਾਹੀਦੀ ਹੈ, ਹੋਣੀ ਚਾਹੀਦੀ ਹੈ, ਪਰ ਸਾਡਾ ਵਿਰਸਾ ਅਤੀਤ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਕਿਤੇ ਨਾ ਕਿਤੇ ਉਹ ਚੀਜ਼ਾਂ ਜਦੋਂ ਸਾਡੇ 'ਚ ਮਿਸ ਹੁੰਦੀਆਂ ਨੇ, ਜਦੋਂ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ, ਤਾਂ ਸਾਨੂੰ ਪਤਾ ਲੱਗ, ਸਾਡੇ ਬੱਚਿਆਂ ਨੂੰ, ਸਾਨੂੰ ਖੁਦ ਪਤਾ ਹੋਣਾ ਚਾਹੀਦਾ ਵੀ ਇਹਨਾਂ ਚੀਜ਼ਾਂ ਤੇ ਜੇ ਇੱਥੇ ਤੱਕ ਅਸੀਂ ਪਹੁੰਚੇ ਆ, ਚਾਹੇ ਤਕਨੀਕ ਦੇ ਯੁੱਗ 'ਚ ਇੱਥੇ ਤੱਕ ਪਹੁੰਚੇ ਆ, ਤੇ ਉਹਦੀ ਕਿੰਨੀ ਮਿਹਨਤ ਲੱਗੀ ਹੈ। ਡਾਕਟਰ ਸਾਹਿਬ, ਅਸੀਂ ਹੋਰ ਵੀ ਤੁਹਾਡੇ ਨਾਲ ਬਾਕੀ ਜਿਹੜੇ ਤੁਸੀਂ ਬਣਾਏ, ਇਹ ਬਹੁਤ ਇਤਿਹਾਸਿਕ ਤਸਵੀਰ ਆ, ਇਹਨੂੰ ਵੀ ਆਪਾਂ ਜੇ ਥੋੜਾ ਜਿਹਾ ਡਿਫਾਈਨ ਕਰਦੇ ਤੇ ਜਿਹੜੇ ਸਾਡੇ ਦੇਖਣ ਵਾਲੇ ਸੁਣਨ ਵਾਲੇ ਦਰਸ਼ਕ, ਉਹਨਾਂ ਦੀ ਵੀ ਜਿਹੜੀ ਰੂਹ ਜ਼ਰੂਰ ਖੁਸ਼ ਹੋਏਗੀ। ਬਿਲਕੁਲ ਜੀ, ਬਿਲਕੁਲ। ਜਗਤਾਰ ਜੀ, ਇਹ ਜਿਹੜੇ ਤਸਵੀਰ ਗੁਰੂ ਅੰਗਦ ਦੇਵ ਜੀ ਨਾਲ ਲਿਪੀ ਨਾਲ ਜੋੜ ਕੇ ਬਣਾਈ ਗਈ ਹੈ। ਤੇ ਲਿਪੀ ਦਾ ਮਕਸਦ ਇਹ ਹੈ ਵੀ ਜੇ ਅਸੀਂ ਪੰਜਾਬੀ ਭਾਸ਼ਾ ਵੀ ਹੈ ਤੇ ਉਹਦੀ ਗੁਰਮੁਖੀ ਇੱਕ ਲਿਪੀ ਹੈ, ਪਰ ਲਿਪੀ ਦੀ ਹੋਂਦ ਉਸ ਤੋਂ ਪਹਿਲਾਂ ਵੀ ਮੰਨੀ ਜਾਂਦੀ ਹੈ। ਪਰ ਜਿਹੜਾ ਇਹਦਾ ਪੱਖ ਹੈਗਾ, ਇਹਦੇ ਵਿੱਚ ਇੱਕ ਮੜੰਗਾ ਵੀ ਇਸ ਚੀਜ਼ ਦਾ, ਜਾਂ ਇਸ ਤਰੀਕੇ ਦਾ ਪ੍ਰਭਾਵ ਪੈਂਦਾ ਹੈਗਾ ਵੀ ਅਸੀਂ ਸਿੱਖਦੇ ਹਾਂ ਕੀ ਹੈ। ਤੇ ਉਸ ਸਮੇਂ ਦੇ ਵਿੱਚ ਜਾਣੀ ਕਿ ਗੁਰਮੁਖੀ ਦੇ ਅੱਖਰਾਂ ਨੂੰ, ਗੁਰਮੁਖੀ ਦੇ ਅੱਖਰਾਂ ਨੂੰ ਗੁਰੂ ਅੰਗਦ ਦੇਵ ਜੀ ਦੁਆਰਾ ਕਿਸ ਤਰੀਕੇ ਨਾਲ ਪੜ੍ਹਾਇਆ ਤੇ ਲਿਖਾਇਆ ਜਾ ਰਿਹਾ ਹੈ, ਉਹ ਇੱਕ ਜਾਣੀ ਕਿ ਸਾਡੀ ਪੰਜਾਬੀ ਮਾਂ ਬੋਲੀ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵੰਡਿਆ ਜਾ ਰਿਹਾ ਜਾਂ ਸਾਧ ਸੰਗਤ ਦੇ ਵਿੱਚ ਵੰਡਿਆ ਜਾ ਰਿਹਾ, ਇਹਦਾ ਇੱਕ ਮਕਸਦ ਹੈ। ਬਹੁਤ, ਕਿਉਂਕਿ ਸਾਡੀ ਬਹੁਤ ਸਾਡਾ ਗੁਰੂ ਸਾਹਿਬ ਦਾ ਵੀ ਇਤਿਹਾਸ ਦਰਜ ਹੈ। ਇਹ ਜਿਹੜਾ ਨਾਲ ਬਣਾਇਆ ਗਿਆ ਵਿਕਰੀ ਕੇਂਦਰ ਆ, ਇਹ ਵਿਕਰੀ ਮਤਲਬ ਇੱਥੋਂ ਤੁਸੀਂ ਜੇ ਕੋਈ ਆਉਣਾ ਚਾਹੁੰਦਾ ਸਾਹਿਤ ਨੂੰ ਵੇਖਣ, ਖਰੀਦਣ, ਤੇ ਉਹਨੂੰ ਲੈ ਕੇ ਤੁਸੀਂ ਇਹ ਸ਼ੁਰੂ ਕੀਤਾ ਗਿਆ ਕਿ ਇੱਥੇ ਕੋਈ ਵੀ ਆ ਕੇ ਕੋਈ ਕਿਤਾਬ ਖਰੀਦ ਸਕਦਾ। ਬਿਲਕੁਲ ਜੀ। ਇਹ ਭਾਸ਼ਾ ਵਿਭਾਗ ਦਾ ਸ਼ਾਇਦ ਤੁਹਾਨੂੰ ਮੈਂ ਜਾਣਕਾਰੀ ਦੇਵਾਂ ਚਾਹਾਂਗਾ ਜੀ। ਭਾਸ਼ਾ ਵਿਭਾਗ ਵੱਲੋਂ ਬਹੁਤ ਸਾਰੀਆਂ ਜਿਹੜੇ ਕਿ ਕਿਤਾਬਾਂ ਛਾਪੀਆਂ ਜਾਂਦੀਆਂ ਨੇ। ਬਹੁਤ ਕਲਾਸੀਕਲ ਲਿਟਰੇਚਰ ਸਾਡੇ ਕੋਲੇ ਹੈ ਭਾਸ਼ਾ ਵਿਭਾਗ ਕੋਲੇ, ਤੇ ਹਰ ਜ਼ਿਲ੍ਹੇ ਦੇ ਅੰਦਰ ਇੱਕ ਵਿਕਰੀ ਕੇਂਦਰ ਖੋਲ੍ਹਿਆ ਗਿਆ। ਇਸ ਤਰੀਕੇ ਨਾਲ ਭਾਸ਼ਾ ਵਿਭਾਗ ਮੋਹਾਲੀ ਦੇ ਦਫ਼ਤਰ ਇੱਕ ਵਿਕਰੀ ਕੇਂਦਰ ਖੋਲ੍ਹਿਆ ਗਿਆ। ਸਾਡੇ ਕੋਲ ਕਿਤਾਬਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਕਾਫੀ ਯਾਨੀ ਕਿ ਨਵੇਂ ਟਾਈਟਲ ਸਾਡੇ ਕੋਲੇ ਆ ਜਾਣਗੇ, ਕਾਫੀ ਲਿਟਰੇਚਰ ਉੱਥੇ ਹੋਏਗਾ ਔਰ ਸਸਤੇ ਭਾਅ ਤੇ ਬਹੁਤ ਅੱਛਾ। ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਸਾਡੇ ਕੋਲੇ ਪਿਆ ਹੈ, ਅਧਿਐਨ ਤੇ ਕਿਤਾਬਾਂ ਪਈਆਂ ਨੇ, ਜਾਂ ਸ਼ਹੀਦਾਨ ਵਫਾ ਕਿਤਾਬ ਪਈ ਹੈ ਸਾਡੇ ਕੋਲੇ, ਬੜੀ ਕਿਸੇ ਜੋਗੀ ਅੱਲਾ ਯਾਰ ਖਾਨ ਦੀ। ਇਸ ਤਰੀਕੇ ਨਾਲ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਮੈਗਜ਼ੀਨ ਵੀ ਜਾਰੀ ਕਰਕੇ ਹਟੇ, ਸਾਰਾ ਕੁਝ ਮਤਲਬ ਕਹਿਣ ਦਾ ਮਕਸਦ ਇਹ ਹੈ। ਜਾਂ ਮੈਂ ਇੱਧਰ ਤੁਹਾਨੂੰ ਦਿਖਾਵਾਂ, ਇਹ ਇੱਕ ਲਿਟਰੇਚਰ ਜਿਹਨੇ ਸਾਡੇ ਟਾਈਟਲ ਇੱਥੇ ਛਪੇ ਨੇ ਭਾਸ਼ਾ ਭਾਗ ਦੇ, ਸਾਰੇ ਇਹਦੇ ਵਿੱਚ ਪਏ ਹੈਗੇ ਨੇ। ਮੰਨ ਲਓ ਇੱਕ ਚੀਜ਼ਾਂ ਹੈ ਜਿਹੜੀ ਕਿ ਰੇਅਰ ਸਾਨੂੰ ਕਿਤੇ ਹੋਰ ਨਹੀਂ ਮਿਲਣੀਆਂ ਜਾਂ ਮਿਲਦੀਆਂ ਨਹੀਂ, ਪਰ ਭਾਸ਼ਾ ਵਿਭਾਗ ਦੇ ਆਪਣੀ ਹਿੰਮਤ ਸਦਕਾ, ਭਾਸ਼ਾ ਵਿਭਾਗ ਦੇ ਪਬਲੀਕੇਸ਼ਨ ਸਦਕਾ ਇਹ ਸਾਰਾ ਲਿਟਰੇਚਰ ਅਸੀਂ ਪਾਠਕਾਂ ਤੱਕ, ਸਾਹਿਤਕਾਰਾਂ ਤੱਕ, ਦੂਜੇ ਅਦਾਰਿਆਂ ਤੱਕ ਅਸੀਂ ਲੈ ਕੇ ਜਾ ਰਹੇ ਹਾਂ। ਅੱਛਾ, ਇਹ ਵਾਲੀਆਂ ਜਿਹੜੀਆਂ ਤਸਵੀਰਾਂ ਸਾਡੇ ਜਿਹੜੇ ਗੁਰੂ, ਪੀਰ, ਸੰਤ, ਫਕੀਰ ਔਰ ਸਾਡੇ ਅਜੋਕੇ ਲੇਖਕ। ਬਿਲਕੁਲ ਜੀ, ਬਿਲਕੁਲ। ਇਹ ਸਿਲੈਕਸ਼ਨ ਕਿਵੇਂ, ਫਿਰ ਮੈਂ ਵਾਰ-ਵਾਰ ਇਸੇ ਕਿ ਸਿਲੈਕਸ਼ਨ ਬੜੀ ਖੂਬਸੂਰਤ ਹੈ। ਸਿਲੈਕਸ਼ਨ ਹੈ ਜੀ, ਦੇਖ ਕੇ ਵੀ ਕਿੱਥੋਂ ਸਾਡੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਇਹਦੇ ਬਾਬਾ ਫਰੀਦ ਜੀ ਵੀ ਨੇ, ਭਗਤ ਰਵਿਦਾਸ ਜੀ ਦੀ ਬਾਣੀ, ਭਗਤ ਕਬੀਰ ਜੀ ਵੀ, ਗੁਰੂ ਨਾਨਕ ਦੇਵ ਜੀ, ਇਹ ਸਾਡੀ ਸ਼ੁਰੂਆਤ ਨੇ। ਇੱਥੋਂ ਤੱਕ ਕਿ ਬਾਬਾ ਗੋਰਖਨਾਥ ਨੂੰ ਵੀ ਇਹਦੇ ਵਿੱਚ ਅਸੀਂ ਐਡ ਕੀਤਾ ਹੈ। ਭਾਈ ਵੀਰ ਸਿੰਘ ਅੰਗਨੇ, ਸ਼ਰਧਾ ਰਾਮ ਫਲੋਰੀ ਆ, ਸ਼ਾਹ ਮੁਹੰਮਦ ਹੈ, ਮੋਹਨ ਸਿੰਘ ਆ, ਨੰਦ ਲਾਲ ਲਾਲਪੁਰੀ ਆ, ਪੂਰਨ ਸਿੰਘ ਆ, ਇਹ ਸਾਰੇ ਜਿਹਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਸਾਡੇ ਸਾਰੇ ਪੁਰਾਤਨ ਤੋਂ ਲੈ ਕੇ ਹੁਣ ਤੱਕ ਦੇ ਆਧੁਨਿਕ ਕਵੀਆਂ ਤੱਕ ਜਾਂਦੇ ਹੈਗੇ। ਸਰਜੀਤ ਪਾਤਰ ਦਾ ਜ਼ਿਕਰ ਹੈ, ਗੁਰਬਚਨ ਸਿੰਘ ਭੁੱਲਰ ਹੈ, ਅਵਤਾਰ ਸਿੰਘ ਪਾਸ਼ ਹੈ, ਸ਼ਿਵ ਕੁਮਾਰ ਬਟਾਲਵੀ ਆ, ਡਾਕਟਰ ਜਗਤਾਰ ਹੈ, ਕੁਲਵੰਤ ਸਿੰਘ ਬਿਰਕ ਹੈ। ਮਤਲਬ ਆਧੁਨਿਕ ਅਤੀਤ ਤੋਂ ਆਧੁਨਿਕਤਾ ਤੱਕ ਜਾਣ ਦਾ ਸਾਡਾ ਇੱਕ ਸਫ਼ਰ ਅਸੀਂ ਇਸ ਦੀਵਾਰ ਦੇ ਰਾਹੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਕੋਈ ਵੀ ਜਦੋਂ ਇੱਥੇ ਸਾਡੇ ਕੋਲੇ ਇਸ ਕਮਰੇ ਦੇ ਵਿੱਚ ਕਿਤਾਬ ਖਰੀਦਣ ਕੋਈ ਸਾਡੇ ਕੋਲੇ ਆਏਗਾ, ਤਾਂ ਉਹ ਕਿਤਾਬ ਖਰੀਦਣ ਦੇ ਨਾਲ ਨਾਲ ਸਾਡੇ ਅਤੀਤ, ਸਾਡੇ ਇਤਿਹਾਸ ਨੂੰ ਸਮਝ ਸਕੇਗਾ, ਇਤਿਹਾਸ ਨੂੰ ਜਾਣ ਸਕੇਗਾ। ਇਹਦਾ ਇੱਕ ਮਕਸਦ ਹੈ। ਇੱਕ ਸਭ ਤੋਂ ਵੱਡੀ ਆ ਜਿਹੜਾ 35 ਆ ਨਾ, ਆਪਣੇ ਊੜਾ ਜਿਹੜੀ ਸੱਸਾ ਹੈ, ਇਹ ਵੀ ਅੱਜ ਕੱਲ ਲੱਗਦਾ ਕਿ ਗਾਇਬ ਆ। ਪਿੱਛੇ ਜੇ ਕੋਈ ਕਹਿ ਰਿਹਾ ਕਿ ਬਹੁਤ ਸਾਰੇ ਘੱਟ ਲੋਕ ਨੇ ਜਿਨ੍ਹਾਂ ਨੂੰ ਇਹ 35 ਅੱਖਰੀ ਆਉਂਦੀ ਹੋਵੇਗੀ। ਇਹ ਵੀ ਤੁਸੀਂ ਬਹੁਤ ਸੋਹਣਾ ਕੀਤਾ, ਪਰ ਮੈਨੂੰ ਇਹ ਲੱਗਦਾ ਕਿ ਜੇ ਤੁਹਾਨੂੰ ਇੱਥੇ ਜਗ੍ਹਾ ਮਿਲਦੀ ਹੈਗੀ ਆ, ਮੰਨ ਲਓ ਸਰਕਾਰੀ ਦਫ਼ਤਰ ਨੇ, ਲੰਚ ਟਾਈਮ ਹੁੰਦਾ, ਪੜ੍ਹ ਕੇ ਇੱਥੇ ਬੰਦਾ ਵੀ ਪੜ੍ਹ ਸਕਦਾ ਹੈਗਾ, ਉਹ ਕਮਰੇ ਦੀ ਘਾਟ ਮੈਨੂੰ ਲੱਗਦੀ ਹੈਗੀ ਕਿ ਅਪਰੋਚ ਕੀਤੀ ਜਾ ਸਕਦੀ ਹੈ, ਜੇ ਕੋਈ ਟਾਈਮ ਹੋਗਾ ਉੱਥੇ ਬੈਠ ਕੇ ਪੜ੍ਹ ਸਕਦਾ ਕਿਤਾਬਾਂ ਦੀ। ਜ਼ਰੂਰ ਜੀ, ਇਹ ਸ਼ਾਇਦ ਅਸੀਂ ਇੱਥੇ ਪਲੈਨਿੰਗ ਕਰ ਰਹੇ ਹਾਂ, ਕੋਈ ਨਾ ਕੋਈ ਛੋਟੀ ਮੋਟੀ ਲਾਇਬ੍ਰੇਰੀ ਜਾਂ ਕਾਰ ਬਣਾਈਏ ਅਸੀਂ ਇੱਥੇ। ਮੰਨ ਲਓ ਜਿਹੜਾ ਸਾਡਾ ਲਿਟਰੇਚਰ ਆ ਉਹ ਵੀ ਲੋਕਾਂ ਤੇ ਲੈ ਕੇ ਚੱਲੀਏ। ਵਿਕਰੀ ਕੇਂਦਰ ਦਾ ਇੱਥੇ ਤਾਂ ਹੈ ਹੀ ਹੈ। ਅਸੀਂ ਇੱਕ ਹੋਰ ਜਗਤਾਰ ਜੀ, ਮੈਂ ਗੱਲ ਦੱਸਣੀ ਚਾਹਾਂਗਾ। ਵਿਕਰੀ ਕਿਤਾਬ ਇੱਥੇ ਨਹੀਂ ਰਹੇਗੀ ਸਾਡੀ, ਅਸੀਂ ਸਕੂਲਾਂ, ਕਾਲਜਾਂ, ਜਿੱਥੇ ਵੀ ਸਾਡੀਆਂ ਜੰਗੀਆਂ ਜਿੱਥੇ ਸਾਡੀ ਕਿਤਾਬ ਵਿਕ ਸਕਦੀ ਹੈ, ਅਸੀਂ ਆਪਣੀ ਕਿਤਾਬ ਨੂੰ ਉੱਥੇ ਤੱਕ ਲੈ ਕੇ ਜਾਵਾਂਗੇ। ਸਾਡਾ ਮਕਸਦ, ਕਹਿਣ ਦਾ ਮੇਰਾ ਮਕਸਦ ਇਹ ਹੈ, ਅਸੀਂ ਕਿਤਾਬ ਪਾਠਕਾਂ ਦੇ ਹੱਥਾਂ ਤੱਕ ਲੈ ਕੇ ਜਾਵਾਂਗੇ। ਕਿਤਾਬ ਨੂੰ ਇੱਥੇ ਕਮਰੇ ਅੰਦਰ ਬੰਦ ਕਰਨ ਦਾ ਸਾਡਾ ਮਕਸਦ ਨਹੀਂ, ਆਦੇਸ਼ ਨਹੀਂ। ਅਸੀਂ ਕਿਤਾਬ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਕਿ ਉਹਦੀ ਵੱਧ ਤੋਂ ਵੱਧ ਪ੍ਰਚਲਿਤ ਜਾਂ ਜਿੰਨੀ ਕਿ ਉਹਦੀ ਪਪੂਲੈਰਿਟੀ ਹੋ ਸਕੇ। ਅੱਛਾ, ਹੋਰ ਵੀ ਤੁਹਾਡੇ ਕੋਲ ਕਿਹੜੇ ਕਮਰੇ ਉੱਥੇ ਕੀ ਜਿਹੜਾ ਖਾਸ ਹੈ, ਕਿਉਂਕਿ ਬਹੁਤ ਖੂਬਸੂਰਤ ਡਿਜ਼ਾਈਨ ਵੀ ਕੀਤਾ ਗਿਆ,
ਇਹ ਕਿੰਨਾ ਕੀ ਟਾਈਮ ਲੱਗਾਗਾ ਇਸ ਤੇ ਡਿਜ਼ਾਈਨ ਕਰਨ ਤੇ? ਟਾਈਮ ਤੇ ਘੱਟ ਤੋਂ ਘੱਟ ਜੀ 1.5 ਤੇ ਪੌਣੇ 2 ਮਹੀਨੇ ਮੈਨੂੰ ਲੱਗੇ ਇਸ ਕੰਮ ਤੇ ਕਰਨ ਦੇ ਲਈ। ਜੀ ਮੈਂ ਪਹਿਲੇ ਦਿਨ ਤੋਂ ਲੈ ਕੇ ਮੈਂ ਨਵੰਬਰ ਮਹੀਨੇ 'ਚ ਜੁਆਇਨ ਕੀਤਾ। ਪਹਿਲਾਂ ਮੈਂ ਐਜੂਕੇਸ਼ਨ ਡਿਪਾਰਟਮੈਂਟ ਸੀ। ਐਜੂਕੇਸ਼ਨ ਡਿਪਾਰਟਮੈਂਟ 'ਚ ਜਦੋਂ ਮੈਂ ਇੱਧਰ ਆਉਣਾ ਹੈ ਤਾਂ ਉਸ ਦਿਨ ਪਹਿਲੇ ਦਿਨ ਇਹ ਸੁਪਨਾ ਲਿਆ ਸੀ ਵੀ ਇਹ ਦਫ਼ਤਰ ਨੂੰ ਆਪਾਂ ਬਦਲ ਕਿਵੇਂ ਸਕਦੇ ਹਾਂ, ਇਹ ਤੁਹਾਡਾ ਇਹ ਸੋਚ ਸਕਦੇ ਹਾਂ। ਅਮਲਾ ਸਟਾਫ ਦੇ ਵਿੱਚ ਹੈ ਜੀ, ਤੇ ਮੈਂ ਦੱਸਣਾ ਚਾਹੁੰਦਾ ਇਹ ਕਮਰੇ ਵੀ ਦਿਖਾਉਣਾ ਚਾਹੁੰਦਾ। ਇਹਦੇ 'ਚ ਮੇਰੇ ਕੋਲ ਕੰਪਿਊਟਰ ਲੈਬ ਹੈ। ਜੀ ਇਹ ਮੇਰੇ ਸਟੈਨੋ ਸਿੱਖ ਦੇ ਵਿਦਿਆਰਥੀ ਹੈਗੇ ਨੇ ਜਿਹੜੇ ਕਿ ਸਟੈਨੋ ਸਿੱਖਦੇ ਨੇ, ਇਹ ਬੱਚੀਆਂ ਬੈਠੀਆਂ ਨੇ। ਤੇ ਇਹਨਾਂ ਸਟੈਨੋ ਦੇ ਨਾਲ ਨਾਲ ਅਸੀਂ ਕੰਪਿਊਟਰ ਦੀ ਸਿਖਲਾਈ ਵੀ ਦਿੰਦੇ ਆ ਤਾਂ ਕਿ ਬੱਚੇ ਦੀ ਸਾਰੀ ਲੋੜ ਇੱਥੋਂ ਪੂਰੀ ਹੋ ਸਕੇ। ਤੇ ਕਮਰੇ ਨੂੰ ਡਿਜ਼ਾਈਨ ਵੀ ਉਸ ਤਰੀਕੇ ਨਾਲ ਕੀਤਾ ਗਿਆ ਹੈ ਜੇ ਟੈਕਨੀਕ ਦੇ ਜਾਣੀ ਕਿ ਮੜੰਗੇ ਦੇ ਟੈਕਨੀਕ ਦੇ ਪਰਛਾਵੇਂ ਦੇ ਹੇਠ ਸਾਰੀ ਚੀਜ਼ ਦਿਸਦੀ ਹੈ। ਜੇ ਤੁਸੀਂ ਦੇਖੋਗੇ ਸਾਰਾ ਕੁਝ ਇਸ ਕਮਰੇ ਤੋਂ ਉਸ ਤਰੀਕੇ ਦੇ ਪਰਛਾਵੇਂ ਜਾਂ ਉਸ ਤਰੀਕੇ ਦੇ ਜਾਣੀ ਕਿ ਪ੍ਰਭਾਵ ਹੀ ਪੈਂਦਾ ਸਾਨੂੰ ਦੇਖਣ ਤੇ। ਇੱਥੇ ਜਿਹੜੀ ਸਟੈਨੋ ਫਿਲਹਾਲ ਪੰਜਾਬੀ ਕਿ ਇੰਗਲਿਸ਼ ਦੋਨੇ ਹੀ ਹੋਣੇ? ਇਕੱਲੀ ਪੰਜਾਬੀ ਹੈ ਜੀ, ਪਰ ਹੁਣ ਅਸੀਂ ਇੰਗਲਿਸ਼ ਸ਼ੁਰੂ ਕਰਨ ਲੱਗੇ ਨਾਲ ਨਾਲ। ਏਜੰਡਾ ਆਪਣੇ ਪੱਧਰ ਤੇ ਸਾਡੇ ਕੋਲ ਇੰਸਟ੍ਰਕਟਰ ਪੰਜਾਬੀ ਦੀ ਹੈ ਸਿਰਫ ਸਟੈਨੋ ਦੇ ਲਈ, ਪਰ ਅਸੀਂ ਆਪਣੀ ਕੋਸ਼ਿਸ਼ ਕਰਕੇ ਹੁਣ ਇੰਗਲਿਸ਼ ਸਟੈਨੋ ਵੀ ਬੱਚਿਆਂ ਨੂੰ ਸਿਖਾਉਣੀ ਚਾਹੁੰਦੇ ਹਾਂ। ਕਾਰਨ ਕਿ ਲੋੜ ਅੱਜ ਪੰਜਾਬੀ ਤਾਂ ਹੀ ਹੈ, ਪਰ ਇੰਗਲਿਸ਼ ਜਦੋਂ ਬੱਚੇ ਨੇ ਜੌਬ ਕਰਨੀ ਆ ਹੋਰ ਕਰਨਾ ਤਾਂ ਉਹਦੇ 'ਚ ਕਿਤੇ ਨਾ ਕਿਤੇ ਲੋੜ ਮਹਿਸੂਸ ਹੁੰਦੀ ਹੈ। ਪੰਜਾਬੀ ਤੇ ਅੰਗਰੇਜ਼ੀ ਦੋਨੇ ਤਰੀਕੇ ਦੇ ਸਟੈਨੋ ਉੱਥੇ ਸਿਖਾ ਰਹੇ ਹਾਂ। ਹੋਰ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲਾਂ ਕਰਕੇ ਬਾਕੀ ਇੱਕ ਹੋਰ ਵੀ ਇਹਨਾਂ ਕੋਲ ਉੱਥੇ ਵੀ ਇਹਨਾਂ ਕਾਫੀ ਕੁਝ ਕਮਰੇ ਦੇ ਵਿੱਚ ਡਿਜ਼ਾਈਨ ਕੀਤਾ, ਉਸ ਤੇ ਵੀ ਅਸੀਂ ਗੱਲਬਾਤ ਕਰਾਂਗੇ। ਤੇ ਡਾਕਟਰ ਸਾਹਿਬ ਇਹ ਜਿਹੜਾ ਪੂਰਾ ਡਿਜ਼ਾਈਨ ਤੁਸੀਂ 3-4 ਮਹੀਨੇ ਦਾ ਲੱਗਾ ਮਸਲਾ ਤੇ ਟਾਈਮ ਲੱਗਾ ਪੰਜਾਬ 'ਚ ਪਹਿਲਾ ਦਫ਼ਤਰ ਹੈ ਜੀ। ਮਤਲਬ ਕਿ 100% ਜੇ ਮੈਂ ਕਹਿੰਦਾ ਵੀ ਇਹਨੂੰ ਮੈਂ ਪੂਰਾ ਕਰ ਪਾਇਆ ਜੀ ਤੇ ਬਹੁਤ ਵੱਡਾ ਮੈਨੂੰ ਸਹਿਯੋਗ ਹੈ ਮੇਰੇ ਦੋਸਤਾਂ ਦਾ, ਬਾਕੀ ਮਿੱਤਰ ਪਿਆਰਾਂ ਦਾ, ਡਿਪਾਰਟਮੈਂਟ ਦਾ, ਮਾਨਯੋਗ ਸਕੱਤਰ ਉਚੇਰੀ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ISC ਦਾ, ਜਿਨ੍ਹਾਂ ਨੇ ਪ੍ਰੇਰਨਾ ਸਦਕਾ ਮੈਂ ਸਾਰਾ ਕੁਝ ਕਰ ਸਕਿਆ। ਤੇ ਇਹ ਤੁਹਾਡਾ ਸੈਮੀਨਾਰ ਰੂਪ ਕਮਰਾ ਹੈ ਜੀ। ਇੱਥੇ 21 ਫਰਵਰੀ ਨੂੰ ਅਸੀਂ ਇਹਨੂੰ ਪ੍ਰੋਗਰਾਮ ਕਰਾ ਕੇ ਹਟਿਆ। ਬਹੁਤ ਹੀ ਭਰਮੀ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਹੋਇਆ ਔਰ ਵੱਡੀ ਪੱਧਰ ਤੇ ਗੰਭੀਰ ਵਿਚਾਰਾਂ ਮੈਂ ਕਹਿ ਸਕਦਾ ਵੀ ਮਾਤ ਭਾਸ਼ਾ ਦੇ ਲਈ ਇੱਥੇ ਕੀਤੀਆਂ ਗਈਆਂ। ਔਰ ਪਹਿਲਾ ਪ੍ਰੋਗਰਾਮ ਹੋਇਆ, ਉਹ ਵੀ ਪਹਿਲਾ ਪ੍ਰੋਗਰਾਮ ਇੱਥੇ ਹੀ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ। ਇਹ 60-70 ਦੇ ਯਾਨੀ ਕਿ ਮੇਰੇ ਕੋਲ ਗੈਦਰਿੰਗ ਦਾ ਹਾਲ ਹੈਗਾ ਜਿਹੜਾ ਕਿ ਮੈਂ ਬੱਚਿਆਂ ਨੂੰ ਜਾਂ ਜਿਹੜੇ ਸਾਡੇ ਸਾਹਿਤਕਾਰ ਨੇ ਜਾਂ ਪਾਠਕ ਨੇ ਉਹਨਾਂ ਦੇ ਲਈ ਮੈਂ ਇੱਥੇ ਮੀਟਿੰਗ ਵਗੈਰਾ ਕਰਕੇ ਜਾਂ ਸੈਮੀਨਾਰ ਮੈਂ ਕਰ ਸਕਦਾ। ਤੇ ਇਹ ਵੀ ਮੇਰੇ ਵੱਲੋਂ ਖੁੱਲ੍ਹਾ ਸੱਦਾ ਜੀ। ਪਹਿਲਾ ਦਫ਼ਤਰ ਮੈਂ ਬਣਾਇਆ, ਪਹਿਲੀ ਮੋਹਾਲੀ ਜ਼ਿਲ੍ਹੇ 'ਚ ਕਈ ਵਾਰ ਕਹਿੰਦੇ ਸਮੱਸਿਆ ਆਉਂਦੀ ਹੈ ਵੀ ਪ੍ਰੋਗਰਾਮ ਕਰਾਉਣਾ ਬੜਾ ਔਖਾ ਹੈ, ਤੇ ਅਸੀਂ ਕਹਿੰਦੇ ਸਾਡੇ ਡਿਪਾਰਟਮੈਂਟ ਕੋਲ ਸਾਡਾ ਜੇ ਭਾਸ਼ਾ ਵਿਭਾਗ ਨਾਲ ਮਿਲ ਕੇ ਕੋਈ ਪ੍ਰੋਗਰਾਮ ਕਰਾਉਣਾ ਚਾਹੁੰਦਾ ਹੈ ਤੁਹਾਡੇ ਚੈਨਲ ਰਾਹੀਂ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਇੱਥੇ ਅੱਗੇ ਖੁੱਲ੍ਹਾ ਸੱਦਾ ਸਾਡਾ ਜੀ। ਸਾਡੇ ਨਾਲ ਮਿਲ ਕੇ ਕੋਈ ਪ੍ਰੋਗਰਾਮ ਕਰਨਾ ਤਾਂ ਵਧੀਆ ਹੋ ਸਕਦਾ, ਪਰ ਪ੍ਰੋਗਰਾਮ ਕੋਈ ਸਾਹਿਤਕ ਹੋਵੇ, ਆਸਾਰੂ ਹੋਵੇ, ਕਲਚਰਲ ਹੋਵੇ, ਇਹ ਚੀਜ਼। ਇਹ ਜਿਹੜਾ ਤੁਸੀਂ ਡਾਕਟਰ ਮਹਿੰਦਰ ਸਿੰਘ ਰੰਧਾਵਾ, ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼, ਭਾਈ ਕਾਹਨ ਸਿੰਘ ਨਾਭਾ, ਸ਼ੇਖ ਸਾਦ ਜੀ, ਇਹ ਸਾਰੀ ਇਹ ਕਿਤਾਬਾਂ ਵੀ ਤੁਹਾਡੇ ਕੋਲ ਹੈ। ਤੇ ਜਿਹੜੇ ਬੱਚੇ ਤੁਹਾਡੇ ਕੋਲ ਸਟੈਨੋ ਦਾ ਕੋਰਸ ਕਰ ਲਾਜ਼ਮੀ ਤੌਰ ਤੇ ਉਹ ਤੇ ਤੁਹਾਨੂੰ ਪੁੱਛਣਗੇ ਕਿ ਭਾਈ ਕਾਹਨ ਸਿੰਘ ਨਾਭਾ ਜਾਂ ਸ਼ੇਖ ਸਾਦੀ ਜੀ ਜਾਂ ਗਿਆਨੀ ਗਿਆਨ ਸਿੰਘ ਕੌਣ ਨੇ। ਇਹ ਮਕਸਦ ਇਹੀ ਹੈ ਸਭ ਕੁਝ? ਬਿਲਕੁਲ ਜੀ, ਬਿਲਕੁਲ। ਮੰਨ ਲਓ ਜਿਵੇਂ ਅਸੀਂ ਕਹਿੰਦੇ ਹਾਂ ਗੁਲਸਤਾ ਬੋਸਤਾ ਹੈ, ਸ਼ੇਖ ਸਾਦੀ ਦੀ ਕਿਤਾਬ ਹੈਗੀ ਹੈ। ਮੰਨ ਲਓ ਬਹੁਤ ਪਪੂਲਰ ਕਿਤਾਬ ਹੈ, ਤੁਸੀਂ ਪੜ੍ਹੋਗੇ, ਪੜ੍ਹੀ ਹੋਣੀ ਆ, ਤੁਸੀਂ ਦੇਖਿਓ ਨਾ, ਕਿਉਂਕਿ ਆਓ ਤੁਸੀਂ ਲਿਟਰੇਚਰ ਨੂੰ ਜਾਣਦੇ ਹੋ, ਪੜ੍ਹਦੇ ਹੋ, ਲਿਖਦੇ ਹੋ, ਤੇ ਇਹਦੀ ਕਿਤਾਬ ਦੀ ਇੱਕ ਅਹਿਮੀਅਤ ਹੈਗੀ ਹੈ। ਇਵੇਂ ਜਿਵੇਂ ਮਹਾਨ ਕੋਸ਼ ਆ ਭਾਈ ਕਾਹਨ ਸਿੰਘ ਨਾਭਾ ਦਾ, ਮੇਰੇ ਖਿਆਲ 'ਚ ਸਾਡੇ ਹਰ ਘਰ ਦੇ ਵਿੱਚ ਮੈਂ ਕਹਿੰਦਾ ਵੀ ਮਹਾਨ ਕੋਸ਼ ਹੋਣਾ ਚਾਹੀਦਾ ਹੈ। ਜਿਵੇਂ ਅੰਗਰੇਜ਼ੀ ਦੀਆਂ ਡਿਕਸ਼ਨਰੀ ਨੇ ਜਾਂ ਹੋਰ ਹੈ, ਤੇ ਜਿਹੜੇ ਮਹਾਨ ਕੋਸ਼ ਹੈ ਬਹੁਤ ਵੱਡੀ ਅਹਿਮੀਅਤ ਹੈ। ਹਰ ਪੱਖ ਤੋਂ ਡਿਟੇਲ 'ਚ ਸਾਨੂੰ ਕੁਝ ਤੋਂ ਵੱਡਾ ਜਾਣੀ ਕਿ ਮੈਂ ਕਹਿ ਸਕਦਾ ਕੋਸ਼ ਮਿਲਦੇ ਨਹੀਂ ਹੈ ਜਿਹੜਾ ਕਿ ਪੰਜਾਬੀ ਨੂੰ ਐਕਸਪਲੇਨ ਕਰ ਸਕਦਾ ਹੋਵੇ। ਮੈਂ ਤਾਂ ਕਹਿੰਦਾ ਹੁੰਦਾ ਕਿ ਜੇ ਕੁੜੀ ਨੂੰ ਦਾਜ 'ਚ ਕੁਝ ਦੇਣਾ ਹੋਊਗਾ ਤੇ ਨਾਲ ਮਹਾਨ ਕੋਸ਼ ਵੀ ਦੇਵੇ। ਮੰਨਦਾ ਜੇ ਕਿਸੇ ਨੂੰ ਕੋਈ ਗਿਫਟ ਦੇਣਾ ਤਾਂ ਮੈਂ ਜ਼ਰੂਰ ਕਹੂੰਗਾ ਜਿਹੜੀਆਂ ਬਿਲਕੁਲ ਸਾਡੀਆਂ ਕਿਤਾਬਾਂ ਹੈ ਜਿਵੇਂ ਮਹਾਨ ਕੋਸ਼ ਆ ਭਾਈ ਕਾਹਨ ਸਿੰਘ ਨਾਭਾ ਦਾ, ਇਹ ਜ਼ਰੂਰ ਗਿਫਟ ਕਰਨਾ ਚਾਹੀਦਾ ਹੈ। ਸਾਡੇ ਹਰ ਘਰ ਦੇ ਵਿੱਚ ਜਾਣੀ ਕਿ ਮਹਾਨ ਕੋਸ਼ ਹੋਣਾ ਜ਼ਰੂਰੀ ਹੈ, ਬਹੁਤ ਵੱਡੀ ਇੰਪੋਰਟੈਂਟ ਹੈ। ਇਵੇਂ ਜਿਵੇਂ ਪੰਥ ਪ੍ਰਕਾਸ਼ ਕਿਤਾਬ ਆ ਭਾਸ਼ਾ ਵਿਭਾਗ ਵੱਲੋਂ ਛਾਪੀ ਹੈ ਗਿਆਨੀ ਗਿਆਨ ਸਿੰਘ ਦੀ, ਇਹਦੀ ਆਪਣੇ ਆਪ ਦੇ ਵਿੱਚ ਬੜੀ ਜਾਣੀ ਕਿ ਮਹੱਤਤਾ ਕਿਤਾਬ ਦੀ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਕਿਤਾਬ ਆ ਪੰਜਾਬ, ਬੜੀ ਅੱਛੀ ਕਿਤਾਬ, ਮੈਂ ਕਹਿੰਦਾ ਇਸ ਤੋਂ ਵਧੀਆ ਕਿਤਾਬ ਨਹੀਂ ਮਿਲਦੀ। ਪਰ ਹੁਣ ਸਾਰੇ ਟਾਈਟਲ ਪੁਰਾਣੇ ਵੀ ਸੀਗੇ, ਪਰ ਹੁਣ 250 ਦੇ ਕਰੀਬ ਭਾਸ਼ਾ ਵਿਭਾਗ ਨਵੇਂ ਟਾਈਟਲ ਲੈ ਕੇ ਆ ਰਿਹਾ, ਚਾਹੇ ਰੀਪ੍ਰਿੰਟ ਕਰਾਉਣੇ ਪੈਣ ਜਾਂ ਕਿਸ ਤਰੀਕੇ ਨਾਲ, ਤਾਂ ਕਿ ਜਿਹੜੀ ਡਿਮਾਂਡ ਆ ਸਾਡੀ ਪਾਠਕ ਦੀ ਉਹਨੂੰ ਪੂਰਾ ਕੀਤਾ ਜਾ ਸਕੇ। ਆਉਣ ਵਾਲੇ ਸਮੇਂ 'ਚ ਕਾਫੀ ਕੁਝ ਇਸ ਤਰੀਕੇ ਦਾ ਤੁਸੀਂ ਵਿਭਾਗ ਦੇ ਰਾਹੀਂ ਦੇਖੋਗੇ, ਬਹੁਤ ਵਧੀਆ ਉਦਮ ਕੀਤੇ ਜਾ ਰਹੇ। ਤੁਹਾਡਾ ਜਿਹੜਾ ਉਦਮ ਉਪਰਾਲਾ ਬਹੁਤ ਹੀ ਸਲਾਹਣਯੋਗ ਹੈ ਨਾਲ, ਕਿਉਂਕਿ ਹੁਣ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਕਿ ਵਾਇਲੇਸ਼ਨ ਬਹੁਤ ਹੁੰਦੀ ਆ, ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸੀ ਜੇ ਕਿਸੇ ਡਿਪਾਰਟਮੈਂਟ 'ਚ ਪੰਜਾਬੀ ਨੂੰ ਇਗਨੋਰ ਕੀਤਾ ਜਾਂਦਾ ਤੇ ਉਹ ਕਾਰਵਾਈ ਨਹੀਂ ਹੁੰਦੀ। ਮੋਹਾਲੀ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਵਾਸਤੇ ਕਿੰਨਾ ਕੁਛ ਉਹ ਯਤਨ ਕੀਤੇ ਜਾ ਰਹੇ ਨੇ, ਜਾਂ ਜਿਹੜੇ ਕਈਆਂ ਨੂੰ ਅੰਗਰੇਜ਼ੀ ਦਾ ਜ਼ਿਆਦਾ ਬੁਖਾਰ ਵੀ ਚੜ੍ਹਿਆ ਹੁੰਦਾ ਉਹ ਉਤਾਰਨ ਦੀ ਕੋਸ਼ਿਸ਼ ਹੋਈ, ਜਾਂ ਕੋਈ ਕਿੰਨੀ ਕੁ ਵਾਇਲੇਸ਼ਨ ਹੋਈ? ਅਸੀਂ ਦਫ਼ਤਰਾਂ 'ਚ ਜਾਂਦੇ ਹਾਂ, ਚੈਕਿੰਗ ਕਰਕੇ ਆਉਂਦੇ ਹਾਂ ਬਕਾਇਦਾ ਵੀ ਪੰਜਾਬੀ ਮਾਂ ਬੋਲੀ ਦਾ ਕਿੰਨਾ ਕੁ ਇਹਦੇ ਵਿੱਚ ਕੋਈ ਤਾਂ ਨਹੀਂ ਕਮੀ, ਕੋਈ ਨਹੀਂ ਪੰਜਾਬੀ 'ਚ ਕੰਮ ਕਰ ਰਿਹਾ। ਤੇ ਅਸੀਂ ਜਿੰਨੇ ਦਫ਼ਤਰਾਂ 'ਚ ਜਾਂਦੇ ਹਾਂ ਲਗਭਗ ਸਾਡੇ ਸਾਰੇ ਅਦਾਰੇ ਪੰਜਾਬੀ 'ਚ ਕੰਮ ਕਰ ਰਹੇ ਨੇ।
ਹੋ ਸਕਦਾ ਕੋਈ ਸੰਸਥਾਵਾਂ ਇਸ ਤਰੀਕੇ ਦੀਆਂ ਹੋਣ ਜਿਹੜੀਆਂ ਸਾਡੇ ਦਾਇਰੇ ਤੋਂ ਬਾਹਰ ਹੋਣ, ਪਰ ਜਿਹੜਾ 1967 ਦਾ ਭਾਸ਼ਾ ਐਕਟ ਔਰ 2008 ਦਾ ਕਾਨੂੰਨ ਹੈ ਜਾਂ 2021 ਦੇ ਸੋਧਾਂ ਅਨੁਸਾਰ ਹੈ, ਜਿਹੜਾ ਕਾਨੂੰਨ ਦੀ ਗੱਲ ਹੈ, ਤੇ ਉਸ ਜਿੱਥੇ ਸਾਨੂੰ ਐਕਸ਼ਨ ਲੈਣ ਦੀ ਲੋੜ ਹੋਏਗੀ ਅਸੀਂ ਬਕਾਇਦਾ ਐਕਸ਼ਨ ਵੀ ਲਵਾਂਗੇ ਤੇ ਬਕਾਇਦਾ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਦੇ ਜਿੰਨੇ ਕਿ ਅਸੀਂ ਕੰਮ ਕਰ ਰਹੇ ਹੈਗੇ ਆ ਔਰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਵੀ ਹਰ ਜਿੰਨੇ ਕਿ ਅਦਾਰੇ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ। ਇਸ ਤੋਂ ਬਿਨਾਂ ਇਹ ਜਿਹੜਾ ਗੁੱਲੀ ਡੰਡਾ ਇਹ ਹਜੇ ਤੁਸੀਂ ਡਿਜ਼ਾਈਨ ਕਿਤੇ ਤਿਆਰ ਤਾਂ ਕਰ ਲਏ, ਕਿਤੇ ਲਗਾਓਗੇ ਵੀ? ਹਾਂਜੀ ਹਾਂਜੀ ਬਿਲਕੁਲ ਜੀ, ਇਹ ਤਿਆਰ ਕੀਤੇ ਨੇ, ਕਿਤੇ ਵੀ ਜ਼ਰੂਰਤ ਪੈਂਦੀ ਅਸੀਂ ਇਹਨਾਂ ਚੀਜ਼ਾਂ ਦੀ ਲਗਾਵਾਂਗੇ ਤਾਂ ਕਿ ਬੱਚਿਆਂ ਨੂੰ ਜਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਕਲਚਰ ਦੀ ਤੇ ਗੁੱਲੀ ਡੰਡਾ ਕਿਸੇ ਟਾਈਮ ਹੁੰਦਾ ਸੀਗਾ ਤੇ ਅੱਜ ਗੁੱਲੀ ਡੰਡਾ ਮੇਰੇ ਖਿਆਲ 'ਚ ਨਹੀਂ ਪਿੰਡਾਂ ਦੇ ਵਿੱਚ ਕਿਤੇ ਕਿਤੇ ਖੇਡਿਆ ਜਾ ਰਿਹਾ, ਤੇ ਇਹ ਚੀਜ਼ਾਂ ਦੱਸਣੀਆਂ ਚਾਹੁੰਦੇ ਹਾਂ ਅਸੀਂ ਬੱਚਿਆਂ ਨੂੰ ਵੀ ਸਾਡਾ ਬੱਚਾ ਜੇ ਕਿਸ ਤਰੀਕੇ ਨਾਲ ਜੁੜਦਾ ਹੈ ਜਾਂ ਕੰਮ ਕਰਦਾ ਹੈ। ਜੀ ਜੀ ਜੀ। ਇਹ ਤੁਹਾਨੂੰ ਲੱਗਦਾ ਕਿ ਇਹ ਤੁਹਾਡਾ ਜਿਹੜਾ ਤੁਸੀਂ ਇਹ ਤੁਹਾਡੇ ਯਤਨ ਸਦਕਾ ਇੱਕ ਪੰਜਾਬ ਦਾ ਪਹਿਲਾ ਸਮਾਰਟ ਭਾਸ਼ਾ ਵਿਭਾਗ ਦਾ ਦਫ਼ਤਰ ਤਿਆਰ ਹੋ ਗਿਆ ਬਣ ਕੇ, ਕਿ ਹੁਣ ਪੂਰੇ ਜਿੰਨੇ ਆਪਣੇ ਜ਼ਿਲ੍ਹੇ ਹੈਗੇ ਨੇ ਹਰ ਜ਼ਿਲ੍ਹੇ ਦੇ ਵਿੱਚ, ਕਿਉਂਕਿ ਕ੍ਰਿਸ਼ਨ ਕੁਮਾਰ ਜੀ ਚਾਹੇ ਉਹਨਾਂ ਦਾ ਵਿਰੋਧ ਹੁੰਦਾ ਕਿ ਬਹੁਤ ਸਖਤ ਸੁਭਾਅ ਦੇ ਨੇ, ਪਰ ਉਹ ਜਿੱਥੋਂ ਤੱਕ ਆਪਣੇ ਫੈਸਲੇ ਲਾਗੂ ਕਰਾਉਣ 'ਚ ਚੰਗੇ ਅਧਿਕਾਰੀ ਮੰਨੇ ਜਾਂਦੇ, ਪੂਰੇ ਪੰਜਾਬ 'ਚ ਆਉਣ ਵਾਲੀ ਤਸਵੀਰ ਦੇਖੀ ਜਾ ਸਕਦੀ ਕਿ ਜਿੱਥੇ ਇਹ ਨਹੀਂ ਕਿ ਤੁਸੀਂ ਮੋਹਾਲੀ ਹੈ, ਹੋ ਸਕਦਾ ਫਤਿਹਗੜ੍ਹ ਸਾਹਿਬ, ਰੋਪੜ ਆ, ਜਿੱਥੇ ਜਿੱਥੇ ਡਿਪਾਰਟਮੈਂਟ ਉਹ ਸ਼ਿੰਗਾਰੇ ਜਾਣਗੇ ਇਸੇ ਰੂਪ 'ਚ। ਬਿਲਕੁਲ ਜੀ, ਮੈਂ ਦੱਸਣਾ ਚਾਹੁੰਦਾ ਮਾਨਯੋਗ ਸਕੱਤਰ ਸਾਹਿਬ ਦੀ ਪ੍ਰੇਰਨਾ ਸਦਕਾ ਹੀ ਕੰਮ ਹੈ। ਜੇ ਮੋਹਾਲੀ ਦਾ ਸਮਾਰਟ ਦਫ਼ਤਰ ਬਣਿਆ ਭਾਸ਼ਾ ਵਿਭਾਗ ਦਾ, ਫਰੀਦਕੋਟ ਦਾ ਲਗਭਗ ਮੁਕੰਮਲ ਹੋ ਚੁੱਕਿਆ ਸਾਡੇ ਕੋਲੇ, ਉਹ ਵੀ ਇਸ ਤੇ ਯਾਨੀ ਕਿ ਪੈਰਾਮੀਟਰ ਤੇ ਕੰਮ ਕੀਤਾ ਗਿਆ ਕਾਫੀ ਅੱਛੇ ਤਰੀਕੇ ਨਾਲ, ਉੱਥੋਂ ਦੇ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤਪੁਰੀ ਨੇ ਕੀਤਾ ਹੈ। ਮਾਨਸਾ ਦਾ ਕੰਮ ਯਾਨੀ ਕਿ ਮੈਡਮ ਤਜਿੰਦਰ ਕੌਰ ਨੇ, ਉਹਨਾਂ ਨੇ 70-80% ਕੰਮ ਆਪਣਾ ਸਮਾਰਟ ਦਫ਼ਤਰ ਬਣਾਉਣ ਦੇ ਕੰਮ ਕੀਤਾ, ਕੰਪਲੀਟ ਕੀਤਾ ਉਹਨਾਂ ਨੇ। ਗੁਰਦਾਸਪੁਰ ਦਾ 40-50% ਤੋਂ ਉੱਪਰ ਕੰਮ ਸਾਡਾ ਬਣ ਚੁੱਕਿਆ ਹੈ। ਫਿਰੋਜ਼ਪੁਰ ਦਾ ਕੰਮ ਹੋ ਚੁੱਕਿਆ ਹੈ। ਇਸ ਤਰੀਕੇ ਨਾਲ ਸ਼ੁਰੂਆਤ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿੰਨੇ ਭਾਸ਼ਾ ਅਫਸਰ ਹੈਗੇ ਨੇ ਆਪਣੇ ਆਪਣੇ ਦਫ਼ਤਰ ਨੂੰ ਇਸੇ ਦਿੱਖ ਤੋਂ ਇਸੇ ਰੂਪ ਦੇ ਵਿੱਚ ਤੁਹਾਨੂੰ ਭਾਸ਼ਾ ਦਫ਼ਤਰ ਦਿਖਾਉਣਗੇ ਔਰ ਲੱਗੇ ਹੋਏ ਨੇ। ਜਲਦੀ ਸਾਰੇ ਸਰਕਾਰੀ ਦਫ਼ਤਰ ਜਾਈਏ ਨਾ, ਫਾਈਲਾਂ ਤੇ ਕੁਰਸੀਆਂ ਤੇ ਅਧਿਕਾਰੀ ਬੈਠੇ ਹੁੰਦੇ ਜਾਂ ਸੁਸਤੀ ਵਾਲੇ ਜਾਂ ਬੜੇ ਖੁੰਦਕ ਜਾਲੇ ਗੁੱਸੇ ਜਿਹੇ ਵਾਲੇ ਨਾ, ਇਹ ਦਫ਼ਤਰ ਜਾ ਕੇ ਇੱਕ ਵੱਖਰੀ ਰੌਣਕ ਜੀ ਲੱਗਦੀ ਹੈਗੀ ਆ। ਮੇਰੇ ਕਹਿਣ ਦਾ ਜਦੋਂ ਮੈਂ ਗੱਲ ਕਰਨਾ ਚਾਹੁੰਦਾ ਇਹ ਕਿ ਕਿਉਂਕਿ ਸਰਕਾਰੀ ਦਫ਼ਤਰਾਂ ਦਾ ਕਦੀ ਹਿੱਸਾ ਨਹੀਂ ਰਿਹਾ ਇਹ ਚੀਜ਼ਾਂ, ਸਾਹਿਤ ਨੂੰ ਵੇਖ ਕੇ, ਠੀਕ ਹੈ, ਉੱਥੇ ਅਧਿਕਾਰੀ ਬੈਠ ਜਾਂਦੇ, ਕਰਮਚਾਰੀ ਬੈਠ ਜਾਂਦੇ, ਸਰਕਾਰ ਦੀ ਜੇਬ 'ਚ ਜਾਂ ਪੱਲਿਓਂ ਪੈਸੇ ਜਾਂ ਯਾਰਾਂ ਦੋਸਤਾਂ ਨੇ ਮਦਦ ਕੀਤੀ, ਕਿਉਂਕਿ ਬਹੁਤ ਖੂਬਸੂਰਤ ਲੱਗਦਾ ਹੈਗਾ ਕਿ ਇਹ ਲੱਗਦਾ ਨਹੀਂ ਕਿ ਸਰਕਾਰੀ ਦਫ਼ਤਰ ਜਾਂ ਇੱਦਾਂ ਦਾ ਲਾਇਬ੍ਰੇਰੀਆਂ ਦੇ ਵਿੱਚ ਮਾਹੌਲ ਹੁੰਦਾ ਜਾਂ ਜਿੱਦਾਂ ਗੁਰੂ ਨਾਨਕ ਭਵਨ ਲੁਧਿਆਣੇ ਇੱਦਾਂ ਦਾ ਮਾਹੌਲ, ਉੱਥੇ ਸਰਕਾਰੀ ਦਫ਼ਤਰਾਂ 'ਚ ਇੱਦਾਂ ਦਾ ਮਾਹੌਲ ਦੇਖਣ ਨੂੰ ਘੱਟ ਮਿਲਦਾ ਹੈਗਾ ਕਿ ਸਾਰਿਆਂ ਦਾ ਸਹਿਯੋਗ ਲਿਆ ਗਿਆ। ਨਹੀਂ ਜੀ ਜਗਤਾਰ ਜੀ, ਤੁਹਾਨੂੰ ਮੈਂ ਦੱਸਾਂਗਾ, ਦੇਖੋ ਡਿਪਾਰਟਮੈਂਟ ਨੇ ਬਹੁਤ ਵੱਡੀ ਮਦਦ ਕੀਤੀ ਹੈ ਇਸ ਕੰਮ ਦੇ ਵਿੱਚ, ਕਿ ਸਾਰੇ ਡਿਪਾਰਟਮੈਂਟ ਸਾਰੇ ਭਾਸ਼ਾ ਅਫਸਰਾਂ ਨਾਲ ਮਦਦ ਦੇ ਸਮਾਲ ਉਤਰੇ ਹੋਏ ਨੇ। ਔਰ ਵੱਡੀ ਗੱਲ ਹੈ ਇਹ ਜਿਹੜੇ ਕੰਮ ਨੇ ਆਪਣੀ ਨਿੱਜੀ ਤੌਰ ਤੇ ਵੀ ਔਰ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਦੇ ਨੇ। ਮੈਂ ਜੇ ਕੰਮ ਕਰਨ ਦੇ ਵਿੱਚ ਸਫਲ ਹੋਇਆ ਤਾਂ ਸਾਡੇ ਜਿਹਨੇ ਕਿ ਦੋਸਤਾਂ ਮਿੱਤਰਾਂ ਦਾ ਮੈਨੂੰ ਬਹੁਤ ਵੱਡਾ ਸਹਿਯੋਗ ਹੈ ਔਰ ਸਭ ਤੋਂ ਵੱਡਾ ਸਹਿਯੋਗ ਮੈਨੂੰ ਮੇਰੇ ਸਟਾਫ ਦਾ ਹੈ। ਇੰਸਟ੍ਰਕਟਰ ਸਾਡੇ ਜਤਿੰਦਰਪਾਲ ਸਿੰਘ ਹੈਗੇ ਨੇ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਇਸ ਮਾਮਲੇ 'ਚ। ਮੇਰੇ ਖੋਜ ਅਫਸਰ ਹੈਗੇ ਨੇ ਮੈਡਮ ਦਰਸ਼ਨ ਕੌਰ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈਗਾ। ਮਤਲਬ ਇਸ ਤਰੀਕੇ ਨਾਲ ਸਾਡੀ ਜਿਹੜੀ 4-5 ਮੈਂਬਰੀ ਟੀਮ ਹੈਗੀ ਹੈ, ਪਹਿਲਾਂ ਅਸੀਂ ਆਪ, ਫਿਰ ਸਾਡੇ ਯਾਰ ਦੋਸਤ ਤੇ ਫਿਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਇਹਨੂੰ ਕੰਮ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਹੈ। ਚਲੋ ਡਾਕਟਰ ਸਾਹਿਬ, ਸਾਡੇ ਵੱਲੋਂ ਹੋਰ ਬਹੁਤ ਬਹੁਤ ਸ਼ੁਭਕਾਮਨਾਵਾਂ ਔਰ ਪਰਮਾਤਮਾ ਇੱਦਾਂ ਹੀ ਤੁਹਾਨੂੰ ਤਰੱਕੀਆਂ ਬਖਸ਼ੇ ਔਰ ਇੱਦਾਂ ਦੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਵਾਰਸ ਨੇ ਇੱਦਾਂ ਹੀ ਕੰਮ ਕਰਦੇ ਰਹੇ ਤੇ ਲਾਜ਼ਮੀ ਤੌਰ ਤੇ ਜਿਹੜੇ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਮਰ ਸਕਦੀ, ਸਾਨੂੰ ਲੱਗਦਾ ਕਿ ਪੰਜਾਬੀ ਮਾਂ ਬੋਲੀ ਮਰੇਗੀ। ਨਹੀਂ ਨਹੀਂ ਜੀ, ਨਹੀਂ ਮਰੇਗੀ ਜੀ। ਅਸੀਂ ਜੇ ਤੁਸੀਂ ਤੇ ਆਪਾਂ ਸਾਰੇ ਲੋਕ ਮਿਲ ਕੇ ਇਸ ਚੀਜ਼ ਤੇ ਪਹਿਰਾ ਦੇਵਾਂਗੇ, ਪੰਜਾਬੀ ਮਾਂ ਬੋਲੀ ਜੀਵਤ ਰਹੇਗੀ। ਪਰ ਸਾਨੂੰ ਇਹਦੀਆਂ ਜਿਵੇਂ ਕਿ ਪਿਛਲੇ ਦਿਨ ਵੀ ਜਿਵੇਂ ਗੱਲ ਜਿਹੜੀ 21 ਫਰਵਰੀ ਨੂੰ ਵੀ ਇਹੀ ਗੱਲ ਹੋਈ ਸੀਗੀ ਵੀ ਸਾਨੂੰ ਬਚਾਉਣ ਦੇ ਲਈ ਬਦਲ ਜ਼ਰੂਰ ਲੱਭਣੇ ਪੈਣਗੇ। ਗੱਲਾਂ ਨਾਲ ਨਹੀਂ, ਇਕੱਲੇ ਇਮੋਸ਼ਨਲ ਗੱਲਾਂ ਨਾਲ ਕਹਿ ਕੇ ਵੀ ਇੱਕ ਦਿਨ ਦੀ ਸੀਮਾ ਕਰਨਾ, ਸਾਨੂੰ ਹਮੇਸ਼ਾ ਦੇ ਲਈ ਉਦਮ ਜਤਾਉਣੇ ਪੈਣਗੇ। ਹਰ ਰੋਜ਼ ਸਾਡੇ ਲਈ 21 ਫਰਵਰੀ ਹੋਏਗੀ ਔਰ ਇਹ 'ਤੇ ਕੰਮ ਕਰਨਾ ਹੋਏਗਾ। ਜਿਵੇਂ ਤੁਸੀਂ ਸਵਾਲ ਵੀ ਕੀਤਾ ਸੀ ਇਸ ਗੱਲ ਵੀ ਬਾਕੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਤੁਹਾਡੇ ਕੀ ਹੈ, ਬਾਕੀ ਦਫ਼ਤਰਾਂ 'ਚ ਕੰਮ ਕਰਨ ਦੀ ਕੀ ਹੈ, ਬਕਾਇਦਾ ਸਾਰੇ ਦਫ਼ਤਰਾਂ ਸਾਰੇ ਕਿਤੇ ਸਾਨੂੰ ਆਪਣੀ, ਅਸੀਂ ਸਾਰੇ ਜੇ ਪੰਜਾਬ ਦੇ ਜੰਪਲ ਹੈਗਾ ਤੇ ਮਾਂ ਦਾ ਜਿਹੜੇ ਪੰਜਾਬੀ ਮਾਂ ਬੋਲੀ ਸਾਡਾ ਮੇਨ ਏਜੰਡਾ ਹੈਗਾ ਤੇ ਮਾਂ ਬੋਲੀ ਤੇ ਕੰਮ ਕਰਨ ਦੀ ਸਾਨੂੰ ਸਾਰਾ ਜ਼ਰੂਰਤ ਹੋਵੇ। ਇਕੱਲੇ ਭਾਸ਼ਾ ਭਾਗ ਨੂੰ ਨਹੀਂ, ਸਾਰੇ ਲੋਕਾਂ ਨੂੰ, ਸਾਰੇ ਮਿਲ ਕੇ ਅਸੀਂ ਕੰਮ ਕਰੀਏ ਤੇ ਮਾਂ ਬੋਲੀ ਸਾਡੀ ਜੀਵਤ ਰਹੂਗੀ। ਸਾਡੇ ਕੋਲ ਬਹੁਤ ਵੱਡਾ ਵਿਰਸਾ ਹੈ, ਅਮੀਰ ਵਿਰਸੇ ਦੇ ਮਾਲਕ ਅਸੀਂ ਪੰਜਾਬੀ ਮਾਂ ਬੋਲੀ ਦੇ ਪੱਖੋਂ। ਸਾਨੂੰ ਉਹ ਬਚਾਉਣ ਦੀ ਲੋੜ ਹੈ, ਸਾਨੂੰ ਆਪਣਾ ਵਿਰਸਾ ਬਚਾਉਣ ਦੀ ਜ਼ਰੂਰਤ ਹੋਵੇ। ਬਿਲਕੁਲ, ਸਾਡਾ ਸਾਨੂੰ ਵਿਰਸਾ ਬਚਾਉਣ ਦੀ ਲੋੜ ਹੈ। ਇਹ ਇੱਕ ਵਾਰ ਫਿਰ ਤੁਹਾਨੂੰ ਸਾਰਾ ਕੁਝ ਦਿਖਾ ਦਿੰਦੇ ਕਿ ਕਿੰਨਾ ਖੂਬਸੂਰਤ ਇਹ ਤਿਆਰ ਕੀਤਾ ਗਿਆ ਦਫ਼ਤਰ ਔਰ ਹਰ ਇੱਦਾਂ ਲੱਗਦਾ ਕਿ ਅਸੀਂ ਸਰਕਾਰੀ ਦਫ਼ਤਰ ਨਹੀਂ, ਇੱਕ ਸਾਹਿਤ ਦੇ ਦਫ਼ਤਰ 'ਚ ਜੁੜੇ ਹਾਂ, ਕਿਸੇ ਲਾਇਬ੍ਰੇਰੀ ਜੁੜੇ। ਤੇ ਇਹ ਲਾਈਨਾਂ ਅੰਜੂ ਵਾ ਰੱਤੀ ਜੀ ਦੀਆਂ, ਇਹਨਾਂ ਲਾਈਨਾਂ ਦੇ ਨਾਲ ਹੀ ਮੈਂ ਇੱਕ ਪ੍ਰੋਗਰਾਮ ਖਤਮ ਕਰਾਂਗਾ। ਦੁਬਾਰਾ ਲਾਈਨਾਂ ਪੜ੍ਹ ਕੇ ਸੁਣਾ ਦਿੰਦੇ। ਮਾਂ ਬੋਲੀ ਮਾਂ ਦੇ ਦੁੱਧ ਵਰਗੀ, ਠੰਡੀ ਰੁੱਤ 'ਚ ਨਿੱਘੀ ਧੁੱਪ ਵਰਗੀ, ਬਚਾਵੇ ਜੱਗ ਦੇ ਧੋਖਿਆਂ ਤੋਂ, ਮਾਂ ਬੋਲੀ ਮਾਂ ਦੀ ਕੁੱਖ ਵਰਗੀ।
ਸਾਡੀ ਮਾਂ ਬੋਲੀ ਆ, ਸਾਨੂੰ ਫਖਰ ਹੋਣਾ ਚਾਹੀਦਾ ਹੈਗਾ। ਜੇ ਅਸੀਂ ਆਪਣੀ ਮਾਂ ਨੂੰ ਜਿਸ ਕੁੱਖੋਂ ਪੈਦਾ ਹੈ ਉਹਨੂੰ ਪਿਆਰ ਕਰਦੇ ਤੇ ਲਾਜ਼ਮੀ ਤੌਰ ਤੇ ਮਾਂ ਸ਼ਬਦ ਵੀ ਉਸੇ ਕੁੱਖ ਚੋਂ ਆਇਆ। ਮਾਂ ਬੋਲੀ ਸਾਡੀ ਆਪਣੀ ਬੋਲੀ ਆ, ਤੇ ਇਸ ਕਰਕੇ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਨਾ ਇਹ ਕਦੀ ਮਹਿਸੂਸ ਕਰਨਾ ਚਾਹੀਦਾ ਕਿ ਬਾਕੀਆਂ ਦੇ ਮੁਕਾਬਲੇ ਸਾਡੀ ਮਾਂ ਬੋਲੀ ਕਿਤੇ ਕਿਸੇ ਨਾਲੋਂ ਘੱਟ ਨਹੀਂ ਆ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਮੋਹਾਲੀ।